ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ 9ਵੀਂ ਕਲਾਸ ਦਾ 10ਵੇਂ ਚੈਪਟਰ ਦਾ ਟੌਪਿਕ ਸਮਾਨ ਜੀਵਾਵਾਂ ਅਤੇ ਉਹਨਾਂ ਦੀਆਂ ਕੇਂਦਰ ਤੋਂ ਦੂਰੀਆਂ ਬਾਰੇ ਪੜ੍ਹਾਂਗੇ। ਮਤਲਬ ਇਕੁਅਲ ਕਾਰਡਸ ਐਂਡ ਦੇਅਰ ਡਿਸਟੈਂਸਿਸ ਫਰੋਮ ਦੀ ਸੈਂਟਰ। ਕਿ ਜੇਕਰ ਚੱਕਰ ਵਿੱਚ ਸਮਾਨ ਜੀਵਾਵਾਂ ਹੋਣ ਤਾਂ ਉਹਨਾਂ ਦੇ ਕੇਂਦਰ ਤੋਂ ਦੂਰੀ ਕੀ ਹੋਵੇਗੀ, ਇਸ ਤਰ੍ਹਾਂ ਦਾ। ਠੀਕ ਹੈ, ਇਸ ਨਾਲ ਸੰਬੰਧਿਤ ਥਿਊਰਮਸ ਕਰਾਂਗੇ, ਫਿਰ ਅਸੀਂ 10.4 ਦੇ ਸਵਾਲ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਜਾਣਦੇ ਹਾਂ ਕਿ ਇੱਕ ਰੇਖਾ ਦੀ ਕਿਸੇ ਬਿੰਦੂ ਤੋਂ ਦੂਰੀ ਕਿਹੜੀ ਹੁੰਦੀ ਹੈ। ਹੁਣ ਤੁਸੀਂ ਵੇਖੋਗੇ ਜੇਕਰ ਤੇ ਇਹ ਵੀ ਕੀ ਹੈ, ਤੁਹਾਨੂੰ ਲੱਗੇਗਾ ਕਿ ਇਹ ਇੱਕ ਦੂਰੀ ਹੈ, ਇਹ ਵੀ ਦੂਰੀ ਹੈ ਇਸ ਬਿੰਦੂ ਤੋਂ, ਹੈ ਨਾ। ਕਿਹੜੀ ਹੋਏਗੀ ਤੁਹਾਡੇ ਖਿਆਲ ਨਾਲ? ਠੀਕ ਹੈ, ਇਹ ਬਿੰਦੂ O ਹੈ ਸਾਡੇ ਕੋਲ। ਬਿੰਦੂ O ਤੋਂ ਇਸ ਰੇਖਾ, ਜਿਹੜਾ ਸਾਨੂੰ ਰੇਖਾ ਦਿੱਤੀ ਹੋਈ ਹੈ, ਇਸ ਰੇਖਾ ਦੀ ਦੂਰੀ ਕੀ ਹੋਏਗੀ? ਕੇਂਦਰ ਤੋਂ ਇਸ ਰੇਖਾ ਉੱਤੇ ਖਿੱਚਿਆ ਗਿਆ ਲੰਬ। ਠੀਕ ਹੈ, ਜਿਹੜਾ ਇਹ ਲੰਬ ਹੋਏਗਾ ਨਾ, ਇਹਨੂੰ ਆਪਾਂ ਨਾਮ M ਦੇ ਦਈਏ, ਇਹਨੂੰ L1 L2 L3 L4 L5 L6 ਦੇ ਦਈਏ। ਅਤੇ OL ਜਿੰਨੀਆਂ ਵੀ ਹੈ ਜਿਹੜੀਆਂ ਸਾਡੇ ਕੋਲ ਲਾਈਨਸ ਨੇ, ਇਹ ਡਿਸਟੈਂਸ ਨਹੀਂ ਹੈ। ਸ਼ਾਰਟੈਸਟ ਡਿਸਟੈਂਸ ਕਿਹੜਾ ਹੈਗਾ, ਸਭ ਤੋਂ ਛੋਟੀ ਦੂਰੀ ਕਿਹੜੀ ਹੈਗੀ ਹੈ? OM। ਅਤੇ ਇਹੀ ਸਾਡੇ ਕੋਲ ਦੂਰੀ ਅਖਵਾਉਂਦੀ ਹੈ। ਇੱਕ ਰੇਖਾ ਦੀ ਕੇਂਦਰ ਤੋਂ ਦੂਰੀ ਕੀ ਹੈ? ਕੇਂਦਰ ਤੋਂ ਖਿੱਚਿਆ ਗਿਆ ਲੰਬ। ਇਹਦਾ ਮਤਲਬ OM ਕੀ ਹੈ? ਜਿਹੜਾ ਲੰਬ ਖਿੱਚਿਆ ਗਿਆ ਇਸ ਲਾਈਨ ਦੇ ਉੱਤੇ, ਇਹਨੂੰ ਆਪਾਂ ਲਾਈਨ ਨੂੰ ਆਪਾਂ ਨਾਮ ਦੇ ਦਈਏ M1। ਜਿਹੜੀ M1 ਲਾਈਨ ਹੈ ਸਾਡੇ ਕੋਲ, OM ਕੀ ਹੈ? M1 ਤੇ ਇੱਕ ਲੰਬ ਹੈ, ਅਤੇ OM ਕੀ ਹੋਏਗੀ ਫਿਰ? ਇਸ ਰੇਖਾ ਦੀ ਇਸ ਕੇਂਦਰ ਤੋਂ ਦੂਰੀ, ਮਤਲਬ ਡਿਸਟੈਂਸ। ਠੀਕ ਹੈ, ਕਲੀਅਰ ਹੈ ਜੀ। ਦੂਸਰੀ ਗੱਲ ਤੁਸੀਂ ਚੇਤਾ ਰੱਖਣੀ ਹੈ ਕਿ ਜੇਕਰ ਇਹੀ ਰੇਖਾ ਜਿਹੜੀ ਹੈ ਉਹ ਇਸ ਬਿੰਦੂ ਦੇ ਵਿੱਚੋਂ ਹੋ ਕੇ ਲੰਘਦੀ ਹੋਵੇ, ਠੀਕ ਹੈ, ਮਤਲਬ ਜਿਹੜੀ ਰੇਖਾ ਦੇ ਉੱਤੇ ਹੀ ਉਹ ਬਿੰਦੂ ਸਥਿਤ ਹੋਵੇ ਜਿਸ ਤੋਂ ਆਪਾਂ ਉਸਦੀ ਦੂਰੀ ਕੱਢਣੀ ਹੈ, ਅਤੇ ਫਿਰ ਦੂਰੀ ਕਿੰਨੀ ਆਏਗੀ? 0। ਕਿੰਨੀ ਦੂਰੀ ਆਏਗੀ? 0। ਜਦੋਂ ਜਿਹੜੀ ਰੇਖਾ ਹੈ ਉਸੇ ਬਿੰਦੂ ਵਿੱਚੋਂ ਹੋ ਕੇ ਲੰਘਦੀ ਹੋਵੇ, ਜਿਹੜਾ ਬਿੰਦੂ ਤੋਂ ਆਪਾਂ ਦੂਰੀ ਕੱਢਣੀ ਹੈ ਉਹ ਉਸ ਰੇਖਾ ਉੱਤੇ ਹੀ ਸਥਿਤ ਹੋਵੇ, ਤਾਂ ਫਿਰ ਦੂਰੀ ਕੀ ਹੁੰਦੀ ਹੈ ਉਸ ਬਿੰਦੂ ਤੋਂ? 0, 0। ਠੀਕ ਹੈ, ਆਓ ਹੁਣ ਗੱਲ ਕਰਦੇ ਹਾਂ ਕਿ ਸਮਾਨ ਜੀਵਾਵਾਂ ਅਤੇ ਉਹਨਾਂ ਦੀਆਂ ਕੇਂਦਰ ਤੋਂ ਦੂਰੀਆਂ। ਮੰਨ ਲਓ ਸਾਨੂੰ ਹੁਣ ਇੱਕ ਚੱਕਰ ਦਿੱਤਾ ਹੋਇਆ, ਠੀਕ ਹੈ, ਸਾਨੂੰ ਦੋ ਸਮਾਨ ਜੀਵਾਵਾਂ ਦਿੱਤੀਆਂ। ਪਹਿਲਾਂ ਆਪਾਂ ਜੀਵਾ ਦੀ ਕੇਂਦਰ ਤੋਂ ਦੂਰੀ ਬਾਰੇ ਕਰਦੇ ਹਾਂ। ਇਹ ਸਾਨੂੰ ਇੱਕ ਜੀਵਾ ਦਿੱਤੀ ਹੋਈ ਹੈ, ਇਸ ਦੀ ਕੇਂਦਰ ਤੋਂ, ਮੰਨ ਲਓ ਇਹ ਕੇਂਦਰ ਹੈ, ਇਸ ਦੀ ਦੂਰੀ ਕੀ ਆਏਗੀ? ਹੁਣੇ ਆਪਾਂ ਕੀਤਾ, ਕਿਸੇ ਰੇਖਾ ਦੀ ਬਿੰਦੂ ਤੋਂ ਦੂਰੀ ਕੀ ਅਖਵਾਉਂਦੀ ਹੈ? ਉਸ ਬਿੰਦੂ ਤੋਂ ਰੇਖਾ ਉੱਤੇ ਖਿੱਚਿਆ ਗਿਆ ਲੰਬ। ਠੀਕ ਹੈ, ਲੰਬ ਦੀ ਲੰਬਾਈ ਜਿਹੜੀ ਹੈ ਨਾ, ਉਹੀ ਜਿਹੜੀ ਹੈ ਕੀ ਅਖਵਾਉਂਦੀ ਹੈ? ਦੂਰੀ। ਇਹਦਾ ਮਤਲਬ ਜੇਕਰ ਇਸ ਕੇਂਦਰ ਤੋਂ ਆਪਾਂ ਇੱਥੇ ਇੱਕ ਲੰਬ ਖਿੱਚ ਦਈਏ, ਅਤੇ ਜਿਹੜਾ OM ਹੋਏਗਾ ਉਹ ਕੀ ਹੋਏਗੀ? ਜੀਵਾ ਤੋਂ ਕੇਂਦਰ ਦੀ ਦੂਰੀ। ਠੀਕ ਹੈ, ਜੀਵਾ ਤੋਂ ਕੇਂਦਰ ਦੀ ਦੂਰੀ ਕਿੰਨੀ ਹੈ? OM, ਕਿਉਂਕਿ OM ਕੀ ਹੈ? ਜੀਵਾ ਉੱਤੇ ਲੰਬ। ਠੀਕ ਹੈ, ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜੇਕਰ ਇਹ ਵਿਆਸ ਹੈ, ਇਹ ਸਾਡੇ ਕੋਲ ਕੀ ਹੈ? ਇੱਕ ਵਿਆਸ ਹੈ ਜਿਹੜਾ ਕੇਂਦਰ ਤੋਂ ਹੋ ਕੇ ਲੰਘਦਾ, ਅਤੇ ਇਸ ਵਿਆਸ ਦੀ ਇਸ ਕੇਂਦਰ ਤੋਂ ਦੂਰੀ ਕਿੰਨੀ ਆਏਗੀ? 0। ਕੀ ਆਏਗੀ? 0। ਕਿਉਂ? ਤੁਹਾਨੂੰ ਮੈਂ ਹੁਣੇ ਦੱਸਿਆ ਕਿ ਜੇਕਰ ਜਿਹੜੀ ਰੇਖਾ ਹੈ ਜਿਸ ਦੀ ਆਪਾਂ ਦੂਰੀ ਕੱਢਣੀ ਹੈ ਬਿੰਦੂ ਤੋਂ, ਜੇਕਰ ਉਹ ਰੇਖਾ ਉਸ ਬਿੰਦੂ ਉੱਤੇ ਹੀ ਸਥਿਤ ਹੋਵੇ ਤਾਂ ਫਿਰ ਉਹਦੀ ਦੂਰੀ ਕੀ ਆ ਜਾਣੀ ਹੈ? 0। ਕਿਉਂਕਿ ਇਹ ਤਾਂ ਦੂਰੀ ਲੱਭ ਹੀ ਨਹੀਂ ਰਹੀ, ਤੁਹਾਨੂੰ ਕਿਤੇ ਲੱਭ ਰਹੀ ਹੈ? ਇਹਦਾ ਡਿਸਟੈਂਸ ਤਾਂ ਇਹਦਾ ਆ ਗਿਆ ਇੰਨਾ, ਪਰ ਇਹ ਤਾਂ ਉੱਤੇ ਹੀ ਹੈ, ਇਸ ਕਰਕੇ ਦੂਰੀ ਕੀ ਆ ਗਈ? ਵਿਆਸ ਤੋਂ ਕੇਂਦਰ ਦੀ ਦੂਰੀ ਕੀ ਹੁੰਦੀ ਹੈ? 0 ਜਾਂ 0। ਹੁਣ ਅਸੀਂ ਥਿਊਰਮ ਕਰਾਂਗੇ ਸਮਾਨ ਜੀਵਾਵਾਂ ਅਤੇ ਉਹਨਾਂ ਦੀਆਂ ਕੇਂਦਰ ਤੋਂ ਦੂਰੀਆਂ ਨਾਲ ਸੰਬੰਧਿਤ। ਨੈਕਸਟ ਥਿਊਰਮ ਕਰਦੇ ਹਾਂ ਅਸੀਂ ਥਿਊਰਮ 10.6, ਜਿਸ ਵਿੱਚ ਕਿਹਾ ਗਿਆ ਹੈ ਕਿ ਇੱਕ ਚੱਕਰ ਦੀਆਂ ਜਾਂ ਦੋ ਜਿਹੜੇ ਸਰਬੰਕਸਮ ਚੱਕਰਾਂ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਜਾਂ ਸਰਬੰਕਸਮ ਚੱਕਰਾਂ ਦੇ ਕੇਂਦਰਾਂ ਤੋਂ ਸਮਾਨ ਦੂਰੀ 'ਤੇ ਹੁੰਦੀਆਂ ਹਨ। ਮਤਲਬ ਕਿ ਇੱਕ ਚੱਕਰ ਦੀਆਂ ਜੇਕਰ ਦੋ ਬਰਾਬਰ ਜੀਵਾਵਾਂ ਹੋਣ ਤਾਂ ਉਹਨਾਂ ਵਿੱਚ ਕੇਂਦਰ ਤੋਂ ਦੂਰੀ ਵੀ ਕੀ ਹੋਏਗੀ? ਸਮਾਨ ਹੋਏਗੀ। ਠੀਕ ਹੈ, ਇਹ ਤੁਸੀਂ
ਥਿਊਰਮ ਜਿਹੜੀ ਹੈ ਉਹਦਾ ਰਿਜ਼ਲਟ ਯਾਦ ਰੱਖਣਾ ਹੈ ਕਿ ਇੱਕ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਸਮਾਨ ਦੂਰੀ 'ਤੇ ਹੁੰਦੀਆਂ ਹਨ। ਦੇਖੋ ਕਿਵੇਂ, ਇਹ ਸਾਡੇ ਕੋਲ ਹੈਗਾ, ਮੰਨ ਲਓ ਦੋ ਅਸੀਂ ਜੀਵਾਵਾਂ ਦਿੱਤੀਆਂ ਹੋਈਆਂ ਹਨ AB ਅਤੇ CD, ਠੀਕ ਹੈ। ਇਹ ਬਰਾਬਰ ਨੇ, AB ਸਾਨੂੰ ਬਰਾਬਰ ਦਿੱਤੀ ਹੋਈ ਹੈ CD ਦੇ, ਤੇ ਕੀ ਕਿਹਾ ਥਿਊਰਮ ਨੇ, ਜੇਕਰ ਬਰਾਬਰ ਜੀਵਾਵਾਂ ਹੋਣ ਤਾਂ ਕੇਂਦਰ ਤੋਂ ਉਹਨਾਂ ਦੀ ਦੂਰੀ ਵੀ ਕੀ ਹੋਏਗੀ, ਬਰਾਬਰ। ਮੰਨ ਲਓ ਉਹ ਹੈ, ਦੂਰੀ ਕਿਵੇਂ ਹੁੰਦੀ ਹੈ, ਇਹ ਤੋਂ ਅਸੀਂ ਇੱਥੇ ਲੰਬ ਲੈਂਦੇ ਹਾਂ, ਠੀਕ ਹੈ। ਇਹਨੂੰ ਆਪਾਂ ਕਹਿ ਦਿੱਤਾ OM ਲੰਬ, ਤੇ ਇੱਕ ਸਾਡੇ ਕੋਲ ਦੂਸਰਾ ਲੰਬ ਆ ਗਿਆ ON, ਠੀਕ ਹੈ। ਇਹ ਸਾਡੇ ਕੋਲ ਸੀਗਾ ਕੇਂਦਰ, ਮਤਲਬ OM ਜਿਹੜਾ ਆਏਗਾ ਉਹ ਵੀ ਬਰਾਬਰ ਆਏਗਾ ON ਦੇ। OM ਜਿਹੜੀ ਹੈ ਉਹ ਦੂਰੀ ਹੈ ਜੀਵਾ AB ਦੀ, ਜੀਵਾ AB ਤੋਂ ਕੇਂਦਰ ਦੀ। OM ਦੂਰੀ ਜੀਵਾ AB ਦੀ ਕੇਂਦਰ O ਤੋਂ, ਠੀਕ ਹੈ। ਤੇ ON ਕੀ ਹੈ, ਕੇਂਦਰ ਤੋਂ, ਅੱਛਾ OM ਜਿਹੜੀ ਹੈ ਬੇਟਾ CD ਦੀ ਹੈ, ਸੌਰੀ CD ਦੀ ਕੇਂਦਰ O ਤੋਂ ਦੂਰੀ, ਜੀਵਾ CD ਦੀ, ਠੀਕ ਹੈ। ਤੇ ਜੀਵਾ AB ਦੀ ਦੂਰੀ ਕਿੰਨੀ ਹੈ, ON ਹੈ, ਠੀਕ ਹੈ। ON ਕੀ ਕਿਹਾ ਗਿਆ ਕਿ ਜੇਕਰ ਸਮਾਨ ਜੀਵਾਵਾਂ ਹੋਣ ਤੇ ਉਹਨਾਂ ਦੀ ਕੇਂਦਰ ਤੋਂ ਦੂਰੀਆਂ ਵੀ ਕੀ ਹੁੰਦੀਆਂ ਨੇ, ਸਮਾਨ। ਇਹ ਯਾਦ ਰੱਖਿਓ, ਜੀਵਾਵਾਂ ਸਮਾਨ, ਉਹਨਾਂ ਦੀ ਕੇਂਦਰ ਤੋਂ ਦੂਰੀਆਂ ਵੀ ਸਮਾਨ। ਜੀਵਾਵਾਂ ਸਮਾਨ, ਕੇਂਦਰ ਤੋਂ ਦੂਰੀਆਂ ਸਮਾਨ। 10.7 ਕੀ ਕਿਹਾ, ਇੱਕ ਚੱਕਰ ਦੇ ਕੇਂਦਰ ਤੋਂ ਸਮਾਨ ਦੂਰੀ 'ਤੇ ਸਥਿਤ ਜੀਵਾਵਾਂ ਲੰਬਾਈ ਵਿੱਚ ਸਮਾਨ ਹੁੰਦੀਆਂ ਹਨ। ਇਹਦੇ ਵਿੱਚ ਕਿਹਾ ਗਿਆ ਕਿ ਜੇਕਰ ਉਹਨਾਂ ਦੀ ਦੂਰੀ ਸਮਾਨ ਹੋਵੇ, ਠੀਕ ਹੈ, ਦੂਰੀ ਸਮਾਨ ਹੋਵੇ ਤਾਂ ਜੀਵਾਵਾਂ ਕੀ ਹੋਣਗੀਆਂ, ਸਮਾਨ। ਮਤਲਬ OM ਬਰਾਬਰ ਜੇਕਰ ON ਹੋਵੇ ਤਾਂ ਜੀਵਾਵਾਂ ਵੀ ਕੀ ਹੋਣਗੀਆਂ, ਬਰਾਬਰ। ਜੇ ਉਹਨਾਂ ਦੀ ਦੂਰੀ ਬਰਾਬਰ ਦਿੱਤੀ ਹੋਈ ਹੈ ਤੇ ਜੀਵਾਵਾਂ ਵੀ ਕੀ ਹੋਣਗੀਆਂ, ਬਰਾਬਰ। ਇੱਕ ਦੂਸਰੇ ਦੀ ਓਪੋਜ਼ਿਟ ਆ ਥਿਊਰਮ। ਤੁਸੀਂ ਰਿਜ਼ਲਟ ਯਾਦ ਰੱਖਣਾ ਹੈ ਕਿ ਬਰਾਬਰ ਜੀਵਾਵਾਂ ਕੇਂਦਰ ਤੋਂ ਬਰਾਬਰ ਦੂਰੀ 'ਤੇ ਹੁੰਦੀਆਂ ਹਨ, ਜਾਂ ਫਿਰ ਜੇਕਰ ਕੇਂਦਰ ਤੋਂ ਦੋ ਜੀਵਾਵਾਂ ਦੀਆਂ ਦੂਰੀਆਂ ਬਰਾਬਰ ਹੋਣ ਤਾਂ ਉਹ ਜੀਵਾਵਾਂ ਆਪਸ ਵਿੱਚ ਸਮਾਨ ਹੋਣਗੀਆਂ, ਠੀਕ ਹੈ ਜੀ। ਚਲੋ ਹੁਣ 10.4 ਦਾ ਇੱਕ ਸਵਾਲ ਕਰਦੇ ਹਾਂ। ਹਾਂਜੀ, ਸਵਾਲ ਹੈ 10.4 ਦਾ ਦੂਸਰਾ ਸਵਾਲ ਹੈ। ਕੀ ਕਿਹਾ ਗਿਆ ਕਿ ਜੇਕਰ ਇੱਕ ਚੱਕਰ ਦੀਆਂ ਦੋ ਸਮਾਨ ਜੀਵਾਵਾਂ, ਸਾਨੂੰ ਜੀਵਾਵਾਂ ਦਿੱਤੀਆਂ ਹੋਈਆਂ ਚੱਕਰ ਵਿੱਚ, ਦੋ ਸਮਾਨ ਜੀਵਾਵਾਂ ਜੋ ਚੱਕਰ 'ਤੇ ਆਪਸ ਵਿੱਚ ਕੱਟਦੀਆਂ ਹੋਣ ਤਾਂ ਸਿੱਧ ਕਰੋ ਕਿ ਇੱਕ ਜੀਵਾ ਦਾ ਖੰਡ ਜਿਹੜਾ ਹੈ ਉਹ ਦੂਜੀ ਜੀਵਾ ਦੇ ਸੰਗਤ ਖੰਡ ਦੇ ਬਰਾਬਰ ਹੋਣ, ਠੀਕ ਹੈ। ਕੀ ਕਿਹਾ ਗਿਆ, ਸਾਨੂੰ ਦੋ ਜੀਵਾਵਾਂ ਦਿੱਤੀਆਂ, ਮੰਨ ਲਓ ਮੈਂ ਇੱਕ ਚੱਕਰ ਬੇਟਾ ਪਹਿਲਾਂ ਹੀ ਡਰੋ ਕਰ ਲਿਆ। ਦੋ ਜੀਵਾਵਾਂ ਨੇ AB ਅਤੇ CD, ਇਹ ਦੋਵੇਂ ਕੀ ਨੇ, ਬਰਾਬਰ ਨੇ, ਠੀਕ ਹੈ। ਤੇ ਕੀ ਕਹਿੰਦੇ ਨੇ ਕਿ ਜੇਕਰ ਦੋ ਜੀਵਾਵਾਂ ਚੱਕਰ ਵਿੱਚ ਆਪਸ 'ਚ, ਬਰਾਬਰ ਜੀਵਾਵਾਂ ਆਪਸ 'ਚ ਕੱਟਦੀਆਂ ਹੋਣ ਤਾਂ ਇੱਕ ਜੀਵਾ ਦਾ ਖੰਡ, ਮਤਲਬ ਆਹ ਜੀਵਾ ਹੈ ਸਾਡੇ ਕੋਲ, ਇਹਦੇ ਖੰਡ ਕੀ ਹੋਣਗੇ, ਜਿਵੇਂ ਆਹ ਸਾਡੇ ਕੋਲ AB ਹੈ, ਜੇਕਰ ਇਹ 'ਚ ਕੋਈ ਪੁਆਇੰਟ ਹੈ ਤੇ ਇਹਦੇ ਦੋ ਖੰਡ ਹੋਣਗੇ, ਜਿਵੇਂ AP ਤੇ PB। ਇਹ ਕੀ ਹੈ, ਇਹਦੇ ਖੰਡ ਮਤਲਬ ਉਹਦੇ ਭਾਗ, ਠੀਕ ਹੈ। ਇਹ ਸਾਡੇ ਕੋਲ ਇਹਦੇ ਦੋ ਭਾਗ ਹੈ। ਇੱਕ ਭਾਗ ਕਹਿੰਦੇ ਇੱਕ ਖੰਡ ਜਿਹੜਾ ਹੈ ਉਹ ਦੂਸਰੀ ਜੀਵਾ ਦੇ ਖੰਡ ਦੇ ਬਰਾਬਰ, ਠੀਕ ਹੈ। ਇਸ ਤਰ੍ਹਾਂ ਹੀ ਦੂਸਰਾ ਖੰਡ ਉਹ ਦੂਸਰੀ ਜੀਵਾ ਦੇ ਸੰਗਤ ਖੰਡ ਦੇ ਬਰਾਬਰ ਹੋਏਗਾ। ਮੰਨ ਲਓ ਇਹ ਜਿਹੜੇ ਆ ਬਿੰਦੂ P 'ਤੇ ਕੱਟਦੀਆਂ ਹਨ ਆਪਸ ਵਿੱਚ, ਠੀਕ ਹੈ। ਤੇ ਮੈਂ ਤੁਹਾਨੂੰ ਦੱਸਦੀ ਹਾਂ, ਆਹ ਇਹਦਾ ਆ ਗਿਆ ਇੱਕ ਖੰਡ, AB ਜੀਵਾ ਦਾ ਰੈੱਡ ਲਾਈਨ ਨਾਲ ਮੈਂ ਸ਼ੋਅ ਕੀਤਾ ਹੈ BP, ਤੇ ਦੂਸਰਾ ਖੰਡ ਕੀ ਆ ਗਿਆ ਸਾਡੇ ਕੋਲ, AP, ਠੀਕ ਹੈ। ਉਸੇ ਤਰ੍ਹਾਂ ਇਹ ਕੀ ਆ ਗਿਆ ਸਾਡੇ ਕੋਲ, CD ਦਾ ਇੱਕ ਖੰਡ ਤੇ CP ਕੀ ਆ ਗਿਆ, ਇੱਕ ਖੰਡ। ਹੁਣ ਆਪਾਂ ਸਿੱਧ ਕੀ ਕਰਨਾ ਹੈ ਕਿ CP ਬਰਾਬਰ BP ਅਤੇ DP ਬਰਾਬਰ EP। ਕਲੀਅਰ ਹੋ ਗਿਆ ਚੰਗੀ ਤਰ੍ਹਾਂ? ਹਾਂਜੀ, ਹੁਣ ਆਪਾਂ ਕੀ ਕਰਦੇ ਹਾਂ, ਪਹਿਲਾਂ ਜੋ ਦਿੱਤਾ ਹੋਇਆ ਹੈ ਉਹ ਲਿਖ ਲੈਂਦੇ ਹਾਂ। ਕੀ ਦਿੱਤਾ ਹੋਇਆ ਸਾਨੂੰ, ਇੱਕ ਚੱਕਰ ਦਿੱਤਾ ਹੋਇਆ ਹੈ ਜਿਸ ਦਾ ਕੇਂਦਰ ਕੀ ਹੈ, ਜਿਸ ਦਾ ਕੇਂਦਰ O ਹੈ ਅਤੇ
ए बी बराबर सी डी जीवावां हैं। जीवावां ए बी बराबर सी डी जीवावां आपस विच किस बिंदु ते कटदियां हैं? आपस विच बिंदु पी ते कटदियां हैं। ठीक है, ये सानू सब कुछ गिवन है, दिता होया। हुण आपां एक रचना करते हैं। रचना की करनी है, सब तो पहला असी ओ तो ए बी उत्ते लंब खिंचते हैं, जिन्हों आपां नाम दिता एम। ठीक है, उसी तरह ओ तो सी डी जीवा उत्ते लंब खिंचते हैं, जिन्हों आपां नाम दिता एन। ठीक है, की किया आपां ओ एम जिहड़ा है वो लंब खिंचिया ए बी उत्ते अते ओ एन जिहड़ा है वो लंब खिंचिया सी डी उत्ते। उस तो बाद असीं की करांगे, ओ नूं आपां पी नाल मिला देवांगे, ओ पी नूं मिला। हुण करदे हां आपां सबूत। सबूत विच सब तो पहला असीं दो त्रिभुज लै लैंदे हां, त्रिभुज ओ एम पी अते त्रिभुज ओ एन पी विच। ठीक है, देखो किहड़े किहड़े त्रिभुज ने, आ वाले त्रिभुज। ठीक है, एक आ वाला त्रिभुज ले लिया, एक ए वाला त्रिभुज ले लिया। ठीक है, ओ एम पी ते ओ एन पी। ਇਹਦੇ ਵਿੱਚ ਸਾਡੇ ਕੋਲ ਪਹਿਲਾਂ ਐਂਗਲ ओ एम पी ਜਿਹੜਾ ਹੈ ਉਹ ਬਰਾਬਰ ਆਏਗਾ ओ एन पी ਦੇ। ओ एम पी ਕਿੰਨੇ ਡਿਗਰੀ ਦਾ ਐਂਗਲ ਹੈ? 90 डिग्री का। पता लंब खिंचया गया ओ एम, चलो मैं पहला क्या लंब है, ओ एन भी की है लंब है, तो लंब मतलब 90 डिग्री। ठीक है, हर एक 90 डिग्री का, इस करके ये कोण बराबर आ गई। दूसरे नंबर पर ओ पी बराबर ओ पी आ गई। ओ पी जी है ना, आ जी आप मिलाई है, ये दोवां त्रिभुजां च आ रही है, इस त्रिभुज विच भी आ रही है तो इस त्रिभुज विच भी आ रही है। ये की है सांझी भुजा। ठीक है, तीसरे नंबर पर आपां जिहड़ा कह सकते हैं कि ओ एम बराबर ओ एन, जिहड़ा आपां 10.6 बेटा तुहानूं मैं करवाई है थ्योरम, जिस विच कहा गया सीगा कि ਚੱਕਰ ਦੀਆਂ ਜਿਹੜੀਆਂ समान जीवावां ਹੋਣਗੀਆਂ वो ਚੱਕਰ केंद्र तो बराबर दूरी ते होणगीਆਂ। ठीक है, 10.6 थ्योरम की कहती है कि ਚੱਕਰ ਦੀਆਂ समान जीवावां केंद्र तो समान दूरी ते ਹੁੰਦੀਆਂ ਹਨ। तो तुसीं लिख देना ਚੱਕਰ ਦੀਆਂ समान जीवावां केंद्र तो बराबर दूरी ते ਹੁੰਦੀਆਂ ਹਨ। ਹੁਣ दूरी ਤੁਹਾਨੂੰ मैं दसदा होया कि दूरी की ਹੁੰਦੀ है, जीवा की केंद्र तो दूरी की आएगी, केंद्र तो जीवा उत्ते खिंचिया गया लंब, तो ये साढ़े कोल लंब है, इस करके ओ एन की आ गई दूरी आ गई सी डी की केंद्र तो दूरी, तो ओ एम की आ गई ए बी की दूरी केंद्र तो ओ एम। ठीक है, तो समान जीवावां होण ते उन्हां दी केंद्र तो दूरियां भी की होंदियां समान, ये आपां कर चुके हुए हैं 10.6। ठीक है, इस करके ओ एम बराबर ओ एन आ गया। ये साढ़े कोल आ गया एक एंगल बराबर, एक आ गई भुजा बराबर, एक आ गई भुजा बराबर। ठीक है, इस करके साढ़े को ये जिहड़े दो त्रिभुज ने ओ एम पी सरबंगसम आ गए त्रिभुज ओ एन पी। क्यों आए सरबंगसम? एस ए एस राही, नियम राही। ठीक है, इत्थों तक सब तो पहला असी ये दो त्रिभुज की आपां सरबंगसम सिद्ध करने। ठीक है, वो सिद्ध कर दिते। हुण थोड़ा जिहा मैनूं रब करना पएगा। सबूत रचना तो पहला बाद वाली चीज़ आपां रब कर दिंदे हां। की सिद्ध करता पहला आपां त्रिभुज ओ एम पी सरबंगसम आ गया साढ़े कोल त्रिभुज ओ एन पी दे किस नियम राही? एस ए एस राही, नियम राही। इस करके साढ़े कोल इन्हां दे जिहड़े त्रिभुज ने इन्हां दे संगत भाग भी बराबर आ गए। इहदा मतलब पी एम बराबर आ गया पी एन दे, इनू आपां नंबर 1 पा दिंदे हां।
PM ਜਿਹੜਾ ਉਹ PN ਦੇ ਬਰਾਬਰ ਆ ਗਿਆ ਸਰਬੰਗ ਸਮਤ੍ਰਿਭੁਜਾਂ ਦੇ ਸੰਗਤ ਭਾਗ CPCT ਕੋਰਸਪੋਂਡਿੰਗ ਪਾਰਟਸ ਆਫ ਕੌਂਗਰੂਐਂਟ ਟ੍ਰਾਇੰਗਲਸ। ਠੀਕ ਹੈ, ਤੇ AB ਬਰਾਬਰ CD ਤੁਹਾਡੇ ਕੋਲ ਹੈਗਾ ਹੀ ਹੈ, ਇਹਨੂੰ ਆਪਾਂ 2 ਨੰਬਰ ਪਾ ਲਿਆ। ਇਹ ਕਿਉਂ, ਸਾਨੂੰ ਦਿੱਤਾ ਹੋਇਆ ਕਿ ਜੀਵਾਵਾਂ ਜਿਹੜੀਆਂ ਉਹ ਸਮਾਨ ਨੇ, ਗਿਵਨ ਹੈ ਸਾਨੂੰ ਦਿੱਤਾ ਹੋਇਆ। ਠੀਕ, ਹੁਣ ਕੀ ਕਰਨਾ ਆਪਾਂ, ਜੇਕਰ AB ਬਰਾਬਰ CD ਹੈ ਤੇ ਉਹਨਾਂ ਦੇ ਜਿਹੜਾ ਅੱਧ ਹੋਏਗਾ, ਉਹਨਾਂ ਦਾ ਹਾਫ ਵੀ ਜਿਹੜਾ ਹੋਏਗਾ ਉਹ ਵੀ ਕੀ ਆਏਗਾ, ਬਰਾਬਰ ਹੀ ਆਏਗਾ। ਤੇ AB ਦਾ ਅੱਧ ਕੀ ਹੈ, ਇਹ ਸਾਡੇ ਕੋਲ AB ਹੈ, ਇਹਦਾ ਅੱਧ ਕੀ ਹੈ AM ਤੇ BM। ਆਪਾਂ ਕੀ ਲੈ ਲੈਂਦੇ ਹਾਂ AM, AB ਦਾ ਅੱਧ, ਤੇ CD ਦਾ ਅੱਧ ਆਪਾਂ ਕੀ ਲੈ ਲਿਆ CN, ਇਹਨੂੰ ਆਪਾਂ ਲੈ ਲਿਆ 3। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹਦਾ ਅੱਧ ਕਿਵੇਂ ਆ ਗਿਆ AM। ਦੇਖੋ ਬੇਟਾ, ਅਸੀਂ 10.3 ਕੀਤੀ ਸੀਗੀ ਐਕਸਰਸਾਈਜ਼, ਉਹਦੇ ਵਿੱਚ ਕੀਤਾ ਸੀਗਾ ਕਿ ਜੀਵਾ ਦਾ ਕੇਂਦਰ ਉੱਤੇ ਖਿੱਚਿਆ ਗਿਆ ਲੰਬ, ਜੀਵਾ ਉੱਤੇ ਕੇਂਦਰ ਤੋਂ ਖਿੱਚਿਆ ਗਿਆ ਲੰਬ ਉਸ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਮੈਂ ਬਹੁਤ ਵਧੀਆ ਤਰ੍ਹਾਂ ਸਮਝਾਇਆ ਸੀ ਤੁਹਾਨੂੰ। ਸਮਦੁਭਾਜਿਤ ਦਾ ਕੀ ਮਤਲਬ ਹੈ ਕਿ 2 ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਜਿਹੜਾ ਲੰਬ ਖਿੱਚਿਆ ਉਸਨੇ ਇਸ ਜੀਵਾ ਨੂੰ 2 ਬਰਾਬਰ ਭਾਗਾਂ ਵਿੱਚ ਵੰਡ ਦਿੱਤਾ, BM ਤੇ MB। ਠੀਕ ਹੈ, ਆਪਾਂ ਇਸ ਕਰਕੇ ਇਹਦਾ ਅੱਧ ਕੀ ਲੈ ਲਿਆ AM ਲੈ ਲਿਆ, ਤੇ CD ਦਾ ਅੱਧ ਕੀ ਲੈ ਲਿਆ CN ਲੈ ਲਿਆ। ਠੀਕ ਹੈ, ਹੁਣ ਆਪਾਂ ਕੀ ਕਰਨਾ ਹੈ, ਹੁਣ ਇਹਨਾਂ ਤਿੰਨਾਂ ਤੋਂ ਹੀ ਅਸੀਂ ਜਿਹੜਾ ਜੋ ਆਪਾਂ ਸਿੱਧ ਕਰਨਾ ਉਹ ਆਪਾਂ ਕਰਾਂਗੇ। ਠੀਕ ਹੈ, ਸਿੱਧ ਆਪਾਂ ਕੀ ਕਰਨਾ ਹੈਗਾ, ਸਾਨੂੰ ਪਹਿਲਾਂ ਉਹ ਦਿਮਾਗ 'ਚ ਆ ਜਾਵੇ। ਸਿੱਧ ਆਪਾਂ ਕਰਨਾ ਸੀਗਾ BP ਬਰਾਬਰ DP। ਠੀਕ ਹੈ, ਜਿਹੜਾ ਇਹ ਰੈੱਡ ਪਾਰਟ ਹੈ BP ਬਰਾਬਰ DP ਆ ਗਿਆ, ਤੇ AP ਬਰਾਬਰ CP, ਇਹ ਆਪਾਂ ਸਿੱਧ ਕਰਨਾ। ਠੀਕ ਹੈ, ਆਪਾਂ ਕੀ ਕਰੀਏ, 1 ਅਤੇ 3 ਨੂੰ ਜੋੜ ਦਿੰਦੇ ਹਾਂ। 1 ਅਤੇ 3 ਨੂੰ ਜੋੜਨ 'ਤੇ ਜੇਕਰ 1 ਅਤੇ 3 ਨੂੰ ਜੋੜਾਂਗੇ, PM ਜਮਾ AM ਬਰਾਬਰ PN ਜਮਾ CN। ਠੀਕ ਹੈ, PM 'ਚ AM ਜੋੜਤਾ, PN 'ਚ CN। ਦੇਖੋ PM ਜਮਾ CN, PM ਜਮਾ AM ਕਿੰਨਾ ਬਣ ਗਿਆ AP, ਕੀ ਬਣ ਗਿਆ AP। ਉਸ ਤਰ੍ਹਾਂ ਹੀ PN ਜਮਾ CN ਕੀ ਬਣ ਗਿਆ ਸਾਡੇ ਕੋਲ CP। AP ਬਰਾਬਰ ਸਾਡੇ ਕੋਲ ਕੀ ਆ ਗਿਆ CP। ਮਤਲਬ ਗ੍ਰੀਨ ਪਾਰਟ ਜਿਹੜਾ ਇਹਦਾ ਇੱਕ ਖੰਡ ਸੀਗਾ AB ਦਾ, ਉਹ ਦੂਸਰੇ ਸੰਗਤ ਖੰਡ, ਦੂਸਰੀ ਜੀਵਾ ਦੇ ਸੰਗਤ ਖੰਡ ਦੇ ਬਰਾਬਰ ਆ ਗਿਆ। AP ਬਰਾਬਰ CP ਆ ਗਿਆ ਸਾਡੇ ਕੋਲ। ਹੁਣ ਦੂਸਰਾ ਆਪਾਂ ਕੀ ਸਿੱਧ ਕਰਨਾ, BP ਬਰਾਬਰ DP। ਉਹ ਕਿਸ ਤਰ੍ਹਾਂ ਕਰਾਂਗੇ, 3 ਵਿੱਚੋਂ ਸਾਡੇ ਕੋਲ ਅੱਛਾ ਹੈ, ਆਪਾਂ ਇਹਨੂੰ ਕੀ ਮੰਨ ਲੈਂਦੇ ਹਾਂ 4, ਜਿਹੜਾ ਆਪਾਂ ਸਿੱਧ ਕਰ ਲਿਆ ਕਿ AP ਬਰਾਬਰ CP। ਇੱਕ ਭਾਗ ਆਪਾਂ ਸਿੱਧ ਕਰ ਲਿਆ ਕਿ AP ਜਿਹੜਾ ਉਹ CP ਦੇ ਬਰਾਬਰ ਹੈ। ਹੁਣ ਆਪਾਂ ਸਿੱਧ ਕਰਨਾ ਸੀਗਾ DP ਬਰਾਬਰ BP। ਠੀਕ ਹੈ, ਇਹਨੂੰ ਆਪਾਂ 4 ਮੰਨ ਲੈਂਦੇ ਹਾਂ। 4 ਵਿੱਚੋਂ ਸਮੀਕਰਨ 4 ਵਿੱਚੋਂ ਆਪਾਂ 2 ਨੂੰ ਘਟਾ ਦੇਣਾ, ਸੌਰੀ 2 ਵਿੱਚੋਂ ਆਪਾਂ 4 ਨੂੰ ਘਟਾਉਣਾ ਹੈ। ਠੀਕ ਹੈ, ਘਟਾਉਣ 'ਤੇ ਕੀ ਨਾ ਆ ਗਿਆ ਸਾਡੇ ਕੋਲ, ਆਹ 2 ਹੈ ਸਾਡੇ ਕੋਲ। ਠੀਕ ਹੈ, ਇਹਨੂੰ ਤੇ ਇਹਨੂੰ ਯੂਜ਼ ਕਰਨਾ ਆਪਾਂ। ਇਹਦਾ ਮਤਲਬ ਆਪਾਂ 2 ਵਿੱਚੋਂ 4 ਨੂੰ ਘਟਾਉਣਾ, AB ਮਾਈਨਸ EP ਬਰਾਬਰ CD ਮਾਈਨਸ CP। ਦੇਖੋ ਜ਼ਰਾ, AB ਦੇ ਵਿੱਚੋਂ ਆਹ ਪੂਰੀ AB ਹੈ ਸਾਡੇ ਕੋਲ, ਇਹਦੇ ਵਿੱਚੋਂ ਆਪਾਂ AP ਮਾਈਨਸ ਕਰ ਦਈਏ, ਮਤਲਬ ਆਹ ਗ੍ਰੀਨ ਪਾਰਟ ਜਿਹੜਾ ਉਹ ਮਾਈਨਸ ਕਰ ਦੇ, ਤੇ ਕੀ ਬਚਿਆ BP। ਇਸੇ ਤਰ੍ਹਾਂ CD ਵਿੱਚੋਂ ਆਪਾਂ CP ਮਾਈਨਸ ਕਰ ਦਈਏ, ਤੇ ਕੀ ਬਚਿਆ DP। ਇਹੀ ਆਪਾਂ ਸਿੱਧ ਕਰਨਾ ਸੀ ਕਿ ਜੇਕਰ ਸਮਾਨ ਜੀਵਾਵਾਂ ਹੋਣ, ਇੱਕ ਦੂਸਰੇ 'ਤੇ ਕੱਟਦੀਆਂ ਹੋਣ, ਤਾਂ ਇੱਕ ਜੀਵਾ ਦਾ ਖੰਡ ਜਿਹੜਾ ਉਹ ਦੂਸਰੀ ਜੀਵਾ ਦੇ ਸੰਗਤ ਖੰਡ ਦੇ ਬਰਾਬਰ ਹੋਏਗਾ। ਉਹਨੇ ਸਾਡੇ ਕੋਲ ਚੱਕਰ ਦਿੱਤਾ ਹੋਇਆ ਸੀਗਾ। ਠੀਕ ਹੈ, AB ਦਾ ਖੰਡ ਆਪਾਂ ਕੀ ਆ ਗਿਆ, 2 ਖੰਡ ਆ ਗਏ AB ਦੇ, BP ਤੇ AP। ਠੀਕ ਹੈ, ਜਿਹੜਾ ਖੰਡ ਹੈ ਇਹਦਾ ਇੱਕ ਖੰਡ ਹੈ ਉਹ ਦੂਸਰੀ ਜੀਵਾ ਦੇ ਸੰਗਤ ਖੰਡ ਦੇ ਬਰਾਬਰ, ਮਤਲਬ ਤੁਹਾਨੂੰ ਮੈਂ ਦੱਸਿਆ ਰੈੱਡ ਪਾਰਟ ਨਾਲ ਮੈਂ ਇੱਕ ਸੰਗਤ ਖੰਡ ਸ਼ੋਅ ਕਰ ਦਿੱਤਾ ਹੈ, ਅਤੇ ਦੂਸਰਾ ਜਿਹੜਾ ਗ੍ਰੀਨ ਪਾਰਟ ਨਾਲ ਸ਼ੋਅ ਕਰ ਦਿੱਤਾ ਸੀਗਾ। ਮਤਲਬ ਆਪਾਂ ਸਿੱਧ ਕਰਨਾ ਸੀ BP ਬਰਾਬਰ DP, AP ਬਰਾਬਰ CP। ਆਪਾਂ ਸਿੱਧ ਕਰ ਲਿਆ।
ਸਭ ਤੋਂ ਪਹਿਲਾਂ ਆਪਾਂ ਦੋ ਤ੍ਰਿਭੁਜ ਜਿਹੜੇ ਉਹ ਸਰਬੰਗਸਮ ਸਿੱਧ ਕੀਤੇ। ਸਰਬੰਗਸਮ ਸਿੱਧ ਕਰਨ ਤੋਂ ਬਾਅਦ PM ਬਰਾਬਰ PN ਆ ਗਿਆ। ਠੀਕ ਹੈ, ਤੇ ਇਹ ਸਾਨੂੰ ਦਿੱਤਾ ਹੋਇਆ ਸੀਗਾ, ਇਹਦਾ ਅੱਧ ਵੀ ਬਰਾਬਰ ਆ ਗਿਆ। ਅੱਧ ਆਪਾਂ ਕੀ ਲੈ ਲਿਆ, AM ਬਰਾਬਰ CN। ਠੀਕ ਹੈ, ਫਿਰ ਆਪਾਂ 1 ਅਤੇ 3 ਨੂੰ ਜੋੜ ਦਿੱਤਾ, ਸਾਡੇ ਕੋਲ AP ਬਰਾਬਰ CP ਆ ਗਿਆ, ਮਤਲਬ ਗ੍ਰੀਨ ਪਾਰਟ ਬਰਾਬਰ ਆ ਗਏ। ਅਤੇ 2 ਵਿੱਚੋਂ 4 ਨੂੰ ਘਟਾ ਦਿੱਤਾ ਆਪਾਂ, ਸਾਡੇ ਕੋਲ ਘਟਾਉਣ 'ਤੇ ਕੀ ਆ ਗਿਆ, BP ਬਰਾਬਰ DP।